एवरीवन, ਅੱਜ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਵਿਲਸਨਸ ਥਿਓਰਮ ਦਾ ਕਨਵਰਟਸ ਪਾਰਟ। ਇਸ ਤੋਂ ਇੱਕ ਪ੍ਰੀਵੀਅਸ ਵੀਡੀਓ ਦੇ ਵਿੱਚ ਅਸੀਂ ਵਿਲਸਨਸ ਥਿਓਰਮ ਦਾ ਪ੍ਰੂਫ ਦੇਖਿਆ ਸੀ। ਬੱਚੇ ਜਿਹਨੇ ਨਹੀਂ ਉਹ ਦੇਖੀ ਤਾਂ ਪਹਿਲਾਂ ਪਲੇਲਿਸਟ 'ਚ ਜਾ ਕੇ ਉਸ ਥਿਓਰਮ ਨੂੰ ਦੇਖ ਲਓ। ਉਸ ਤੋਂ ਬਾਅਦ ਉਹਦਾ ਕਨਵਰਟਸ ਪਾਰਟ ਬੱਚੇ ਵਿਲਸਨ ਥਿਓਰਮ ਕੀ ਸੀਗੇ, ਉਹਦੇ ਵਿੱਚ ਅਸੀਂ ਨੇ ਪ੍ਰੂਫ ਕਰਾਇਆ ਸੀਗਾ ਇਫ p is a prime number, if p is prime number then p minus 1 factorial is equal to ਹੋਏਗਾ -1 mod of p ਦੇ। ਇਹ ਚੀਜ਼ ਅਸੀਂ ਨੇ ਉਹਦੇ ਵਿੱਚ ਪ੍ਰੂਵ ਕਰਾਈ ਹੈ। ਇਹ p-1 ਦਾ ਫੈਕਟੋਰੀਅਲ ਜਦੋਂ ਅਸੀਂ p ਨਾਲ ਡਿਵਾਈਡ ਕਰਾਂਗੇ ਤਾਂ ਰਿਮਾਈਂਡਰ ਕੀ ਬਚੇਗਾ -1। ਜਾਂ ਇਹਨੂੰ ਐਂ ਕਹਿ ਸਕਦੇ ਹਾਂ ਬੱਚੇ ਕਿ p-1 ਦੇ ਫੈਕਟੋਰੀਅਲ ਦੇ ਵਿੱਚ ਜਦੋਂ 1 ਐਡ ਕਰਾਂਗੇ ਤਾਂ ਉਸ ਤੋਂ ਬਾਅਦ p 'ਤੇ ਡਿਵਾਈਡ ਕਰਾਂਗੇ, ਆਨਸਰ ਤੁਹਾਨੂੰ ਕੀ ਮਿਲੇਗਾ 0 ਮਿਲੇਗਾ। ਇਹ ਚੀਜ਼ ਵੀ ਅਸੀਂ ਬੋਲ ਸਕਦੇ ਹਾਂ। ਹੁਣ ਅੱਜ ਅਸੀਂ ਇਹਦਾ ਕਨਵਰਸ ਪਾਰਟ ਕਰਨਾ ਜਾ ਰਹੇ ਹਾਂ ਬੱਚੇ। ਕਨਵਰਸ ਪਾਰਟ ਕੀ ਹੋਏਗਾ, ਫਿਰ ਕਹਿੰਦੇ ਜੇਕਰ ਆਹ ਰਿਜ਼ਲਟ ਹੋਲਡ ਕਰਦਾ ਹੋਏਗਾ ਤਾਂ ਇਹ ਪ੍ਰੂਵ ਕਰਾਉਣਾ ਹੋਊਗਾ ਕਿ p ਕੀ ਹੋਊਗਾ, ਇੱਕ ਪ੍ਰਾਈਮ ਨੰਬਰ ਹੋਊਗਾ। ਹੁਣ ਦੇਖੋ ਕਨਵਰਸ ਪਾਰਟ ਤਾਂ ਇਹੀ ਹੋਊਗਾ ਵੀ ਇਹਦਾ ਉਲਟ ਆਪੋਜ਼ਿਟ ਅਸੀਂ ਨੇ ਪ੍ਰੂਵ ਕਰਾਉਣਾ। ਆਪੋਜ਼ਿਟ ਦੇ ਵਿੱਚ ਜਿਹੜੀ ਚੀਜ਼ ਪਹਿਲਾਂ ਹੀ ਸਾਨੂੰ ਗਿਵਨ ਆ ਉਹਨੂੰ ਅਸੀਂ ਮੰਨ ਕੇ ਚੱਲਾਂਗੇ ਤੇ ਪ੍ਰੂਫ ਕੀ ਕਰਾਉਣਾ ਹੋਊਗਾ, p ਸਾਡੇ ਕੋਲ ਇੱਕ ਪ੍ਰਾਈਮ ਨੰਬਰ ਆ। ਸੋ ਦੇਖਦੇ ਹਾਂ ਬੱਚੇ ਪਾਰਟ ਕੀ ਕਹਿ ਰਿਹਾ ਕਨਵਰਸ ਪਾਰਟ। ਇਹਦੇ ਵਿੱਚ ਕਹਿੰਦਾ ਇਫ p-1 ਫੈਕਟੋਰੀਅਲ ਇਜ਼ ਇਕੁਅਲ ਟੂ -1 mod of p ਫॉर all ਪੋਜ਼ੀਟਿਵ ਇੰਟੀਜ਼ਰ p then p must be a prime। ਕਹਿੰਦੇ ਜੇਕਰ ਸਾਡੇ ਕੋਲ p-1 ਫੈਕਟੋਰੀਅਲ ਇਕੁਅਲ ਟੂ ਹੋਏਗਾ -1 mod of p then ਪ੍ਰੂਫ ਕਰਨਾ ਕਿ p ਹਮੇਸ਼ਾ ਕੀ ਹੋਏਗਾ, ਇੱਕ ਪ੍ਰਾਈਮ ਨੰਬਰ ਹੋਏਗਾ। ਇਹ ਉਹਦਾ ਵਿਲਸਨ ਥਿਓਰਮ ਦਾ ਕਨਵਰਸ ਪਾਰਟ ਆ ਬੱਚੇ। ਜਦੋਂ ਸਾਡੇ ਕੋਲ ਕਨਵਰਸ ਪਾਰਟ ਹੁੰਦਾ ਜਾਂ ਤਾਂ ਜੇਕਰ ਨਹੀਂ ਹੋਲਡ ਕਰਦਾ ਹੁੰਦਾ, ਕਈ ਵਾਰੀ ਅਸੀਂ ਐਗਜ਼ਾਮਪਲ ਦੇ ਥਰੂ ਕਰਾ ਦਿੰਦੇ ਹਾਂ ਜਾਂ ਫਿਰ ਸਾਨੂੰ ਉਹਦੇ ਵਿੱਚ ਐਗਜ਼ੰਪਸ਼ਨ ਮੰਨ ਕੇ ਚੱਲਣੀ ਪੈਂਦੀ ਹੈ ਸਾਡੇ ਰਿਜ਼ਲਟ ਤੋਂ ਆਪੋਜ਼ਿਟ। ਜਿਵੇਂ ਹੁਣ ਇਹਦੇ ਵਿੱਚ ਅਸੀਂ ਪ੍ਰੂਫ ਕਰਾਉਣਾ ਕਿ p ਇਜ਼ ਪ੍ਰਾਈਮ ਨੰਬਰ, अब ਅਸੀਂ ਆਪੋਜ਼ਿਟ ਮੰਨ ਕੇ ਚੱਲ ਪਾਂਗੇ ਕਿ p ਪ੍ਰਾਈਮ ਨਹੀਂ ਹੈਗਾ, ਇੱਕ ਕੰਪੋਜ਼ਿਟ ਨੰਬਰ ਆ। ਫਿਰ ਲਾਸਟ 'ਤੇ ਅਸੀਂ ਕੰਟਰਾਡਿਕਸ਼ਨ ਕਰਾ ਦਾਂਗੇ ਆਪਣੀ ਐਗਜ਼ੰਪਸ਼ਨ ਨਾਲ ਅਤੇ ਸਾਡਾ ਰਿਜ਼ਲਟ ਕੀ ਹੋ ਜਾਏਗਾ, ਟਰੂ ਹੋ ਜਾਏਗਾ। ਸੋ ਅਸੀਂ ਨੇ ਲੈਟ ਕੀਤਾ ਇਫ ਪੋਸੀਬਲ ਸਪੋਜ਼ ਦੈਟ p ਇਜ਼ ਅ ਕੰਪੋਜ਼ਿਟ ਨੰਬਰ। ਕਹਿੰਦੇ ਜੇ ਪੋਸੀਬਲ ਆ ਸਪੋਜ਼ ਕਰ ਲਓ p ਇੱਕ ਕੰਪੋਜ਼ਿਟ ਨੰਬਰ ਆ। ਹੁਣ ਕੰਪੋਜ਼ਿਟ ਨੰਬਰ ਕੀ ਹੁੰਦੇ ਨੇ ਬੱਚੇ, ਉਹ ਨੰਬਰ ਜਿਨ੍ਹਾਂ ਦੇ 2 ਤੋਂ ਵੱਧ ਫੈਕਟਰਸ ਹੋਣ। ਦੇਖੋ ਪ੍ਰਾਈਮ ਕਿਹੜੇ ਹੁੰਦੇ ਨੇ, ਉਹ ਜਿਨ੍ਹਾਂ ਦੇ ਸਿਰਫ 2 ਫੈਕਟਰ ਨੇ, ਇੱਕ ਤਾਂ 1 ਹੁੰਦਾ, ਇੱਕੋ ਇਟਸੈਲਫ ਹੁੰਦਾ। ਬਟ ਜੇ ਕੰਪੋਜ਼ਿਟ ਨੰਬਰ ਆ ਬੱਚੇ ਜਿਵੇਂ 8 ਆ ਤਾਂ ਇਹਦੇ ਵਿੱਚ 1 ਤੋਂ ਵੱਧ ਫੈਕਟਰਸ ਹੋਣਗੇ। 1 ਹੈਗਾ, 2 ਹੈਗਾ, 4 ਹੈਗਾ, ਉਸ ਤੋਂ ਬਾਅਦ ਸਾਡੇ ਕੋਲ 8। ਇਸ ਦਾ ਮਤਲਬ ਇਹਦੇ ਵਿੱਚ ਮੋਰ ਦੈਨ 2 ਫੈਕਟਰਸ ਸਾਡੇ ਕੋਲ ਹੁੰਦੇ ਆ। ਇੱਕ ਹੋਰ ਬੱਚੇ ਫੰਡਾਮੈਂਟਲ ਥਿਓਰਮ ਅਸੀਂ ਅਰਥਮੈਟਿਕ ਕਰ ਚੁੱਕੇ ਹਾਂ। ਉਹਦੇ ਵਿੱਚ ਅਸੀਂ ਕਿਹਾ ਕਹਿੰਦੇ ਹਰ ਨੰਬਰ, ਹਰ ਕੰਪੋਜ਼ਿਟ ਨੰਬਰ ਨੂੰ ਅਸੀਂ ਪ੍ਰਾਈਮ ਦੀ ਪ੍ਰੋਡਕਟ ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਸੋ ਉਹ ਰਿਜ਼ਲਟ ਵੀ ਇੱਥੇ ਅਪਲਾਈ ਕਰ ਸਕਦੇ ਹਾਂ ਬੱਚੇ। ਕਹਿੰਦੇ ਜੇਕਰ p ਸਾਡੇ ਕੋਲ ਇੱਕ ਕੰਪੋਜ਼ਿਟ ਨੰਬਰ ਆ ਦੈਨ ਅਸੀਂ p ਨੂੰ ਕਿਸੇ 2 ਪ੍ਰਾਈਮ ਦੀ ਪ੍ਰੋਡਕਟ 'ਚ ਲਿਖ ਸਕਦੇ ਹਾਂ। ਅਤੇ ਉਹ ਪ੍ਰਾਈਮ ਕੀ ਹੋਣਗੇ, ਸਾਡੇ ਕੋਲ 1 ਤੋਂ ਲੈ ਕੇ p ਦੇ ਵਿੱਚ ਛੋਟੇ ਛੋਟੇ ਹੋਣਗੇ। ਮਤਲਬ p1 p2 ਜਿਹੜੇ ਅਸੀਂ 2 ਬੱਚੇ ਹੁਣ ਇਹ ਕਹੋਗੇ ਵੀ ਜ਼ਿਆਦਾ ਨਹੀਂ, ਅਸੀਂ ਸਿਰਫ 2 ਦੇ ਲਈ ਮੰਨ ਕੇ ਚੱਲੇ ਹਾਂ, ਫਿਰ ਬਾਕੀ ਜਰਨਲ ਲਈ ਵੀ ਟਰੂ ਹੋ ਜਾਏਗਾ ਕਿ p1 ਅਤੇ p2 ਸਾਡੇ ਕੋਲ ਕੋਈ 2 ਪ੍ਰਾਈਮ ਨੰਬਰਸ ਨੇ ਜਿਨ੍ਹਾਂ ਦੀ ਫਾਰਮ 'ਚ ਅਸੀਂ ਨੇ p ਨੂੰ ਲਿਖਿਆ। ਇਹਨਾਂ ਦੇ ਲਈ ਰਿਜ਼ਲਟ ਹੋਲਡ ਕਰਾ ਦਿੰਦੇ ਹਾਂ ਤਾਂ ਓਬਵੀਅਸ ਬਾਕੀਆਂ ਲਈ ਵੀ ਹੋਏਗਾ। ਹੁਣ ਕਹਿੰਦੇ ਜਿਹੜੇ 2 ਪ੍ਰਾਈਮ ਨੇ ਉਹ ਇਸ ਤਰ੍ਹਾਂ ਦੇ ਲੈ ਕਿ 1 ਅਤੇ p ਦੇ ਵਿੱਚ ਇਹ ਕੀ ਕਰਦੇ ਨੇ ਲਾਈਕ। ਜਿਵੇਂ ਹੁਣ ਬੱਚੇ 8 ਆ, 8 ਨੂੰ ਅਸੀਂ ਲਿਖ ਲਿਆ 2 ਦੀ ਪਾਵਰ 3, 2 × 2 ਇਸ ਫਾਰਮ 'ਚ ਲਿਖਿਆ। ਜਾਂ ਫਿਰ ਅਸੀਂ ਮੰਨ ਲਓ 12 ਆ, 12 ਨੂੰ ਅਸੀਂ ਨੇ ਕਿਵੇਂ ਲਿਖਿਆ, 2 ਪਹਿਲਾਂ ਲਿਖਿਆ ਅਸੀਂ ਨੇ 4 × 3, ਫਿਰ 2 ਦੀ ਪਾਵਰ 2 × 3। ਹੁਣ ਦੇਖੋ ਜੇ ਅਸੀਂ ਇਹਨੂੰ ਪ੍ਰਾਈਮ ਤੇ ਪ੍ਰਾਈਮ ਦੀ ਫਾਰਮ ਦੇ ਵਿੱਚ ਲਿਖ ਰਹੇ ਹਾਂ ਪ੍ਰੋਡਕਟ ਦੀ ਫਾਰਮ 'ਚ, ਤਾਂ ਜਿਹੜੇ ਇੱਥੇ ਪ੍ਰਾਈਮ ਹੁੰਦੇ ਨੇ ਬੱਚੇ ਉਹ ਹਮੇਸ਼ਾ ਇਸ ਨੰਬਰ ਨੂੰ ਡਿਵਾਈਡ ਕਰਦੇ ਨੇ। ਜਿਵੇਂ 2 ਦੀ ਪਾਵਰ ਮਤਲਬ 4 ਆ, 4 ਵੀ ਤਾਂ 12 ਨੂੰ ਡਿਵਾਈਡ ਕਰਦਾ, 3 ਵੀ ਇਹਨੂੰ ਕੀ ਕਰਦਾ, ਡਿਵਾਈਡ ਕਰਦਾ, ਇਕੱਲਾ 2 ਵੀ ਇਹਨੂੰ ਡਿਵਾਈਡ ਕਰਦਾ। ਤਾਂ ਅਸੀਂ ਕੀ ਕਹਿ ਸਕਦੇ ਹਾਂ, ਕਹਿੰਦੇ ਜੇ 2 ਦੀ ਪ੍ਰੋਡਕਟ ਦੀ ਫਾਰਮ 'ਚ ਲਿਖਿਆ ਹੋਇਆ ਤਾਂ ਇਸਦਾ ਮਤਲਬ p1 ਵੀ p ਨੂੰ ਡਿਵਾਈਡ ਕਰੇਗਾ ਅਤੇ p2 ਵੀ p ਨੂੰ ਡਿਵਾਈਡ ਕਰੇਗਾ। ਸੋ ਅਸੀਂ ਸਿਰਫ ਇੱਕ ਦੇ ਲਈ ਮੰਨ ਕੇ ਚੱਲ ਪੈਂਦੇ ਹਾਂ ਬੱਚੇ। ਸਪੋਜ਼ ਕੀਤਾ ਕਹਿੰਦਾ p1 ਆ ਜਿਹੜਾ ਅਜੇ ਸਿਰਫ ਇਹਦੇ ਲਈ ਕਰ ਰਿਹਾ, ਕਹਿੰਦਾ p ਨੂੰ ਕੀ ਕਰ ਰਿਹਾ, ਡਿਵਾਈਡ ਕਰ ਰਿਹਾ। ਇਹਨੂੰ ਅਸੀਂ ਬੱਚੇ ਇੱਥੇ ਹੀ ਇੱਕ ਅਜੇ ਮਾਰਕ ਕਰਕੇ ਰੱਖ ਲੈਂਦੇ ਹਾਂ ਅਤੇ ਇਹ ਤੋਂ ਬਾਅਦ ਅਗਲੇ ਰਿਜ਼ਲਟ 'ਤੇ ਕਹਿੰਦੀ ਮੂਵ ਕਰਦਾ। ਕਹਿੰਦਾ ਜੇ p ਨੂੰ ਮੂਵ ਕਰਦਾ। ਹੁਣ ਜੋ ਗਿਵਨ ਸਟੇਟਮੈਂਟ ਉਹਦਾ ਯੂਜ਼ ਕਰਾਂਗੇ ਬੱਚੇ। ਗਿਵਨ ਸਟੇਟਮੈਂਟ ਕੀ ਆ, ਕਹਿੰਦਾ p-1 ਫੈਕਟੋਰੀਅਲ ਕਿਹਦੇ ਇਕੁਅਲ ਆ, -1 mod of p ਦੇ ਇਕੁਅਲ ਆ। ਇਹ ਚੀਜ਼ ਗਿਵਨ ਆ। ਜੇ ਬੱਚੇ ਇਹਦਾ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਕਿਹਾ, ਇਹਦਾ ਮਤਲਬ ਕੀ ਹੁੰਦਾ ਕਿ p-1 ਫੈਕਟੋਰੀਅਲ +1 ਕਰਨ ਤੋਂ ਬਾਅਦ ਜਦੋਂ ਅਸੀਂ ਇਹਨੂੰ p 'ਤੇ ਡਿਵਾਈਡ ਕਰਾਂਗੇ ਆਨਸਰ ਕੀ ਆਉਂਦਾ ਹੋਏਗਾ, 0। ਰਿਮਾਈਂਡਰ ਕਿੰਨਾ ਬਚਦਾ ਹੋਏਗਾ, 0 ਬਚਦਾ ਹੋਏਗਾ। ਇਹ ਚੀਜ਼ ਦੇਖਣੀ ਹੈ ਬੱਚੇ। ਇਸ ਦਾ ਮਤਲਬ ਸਾਡੇ ਕੋਲ p ਆ ਜਿਹੜਾ ਉਹ ਇਸ ਟਰਮ ਨੂੰ ਪ੍ਰੋਪਰਲੀ ਡਿਵਾਈਡ ਕਰ ਰਿਹਾ। ਤਾਂ ਅਸੀਂ ਕਹਿ ਸਕਦੇ ਹਾਂ ਬੱਚੇ p ਡਿਵਾਈਡਸ p-1 ਫੈਕਟੋਰੀਅਲ +1 ਇਹਨੂੰ ਪ੍ਰੋਪਰਲੀ ਡਿਵਾਈਡ ਕਰ ਰਿਹਾ। ਹੁਣ ਦੇਖੋ ਰਿਜ਼ਲਟ ਨੂੰ ਕੰਬਾਈਨ ਕਰੋ। ਅਸੀਂ ਇੱਕ ਤਾਂ ਮਾਰਕ ਕੀਤਾ ਕਿ p1 p ਨੂੰ ਡਿਵਾਈਡ ਕਰ ਰਿਹਾ, ਅੱਗੋਂ p ਇਸ ਟਰਮ ਨੂੰ ਡਿਵਾਈਡ ਕਰ ਰਿਹਾ। ਜਿਵੇਂ ਬੱਚੇ ਕਹਾਂ ਮੈਂ ਕਿ 2 ਆ ਜਿਹੜਾ ਸਾਡੇ ਕੋਲ 4 ਨੂੰ ਡਿਵਾਈਡ ਕਰ ਰਿਹਾ,
ਅੱਗੇ ਜਿਹੜਾ 4 ਆ ਉਹ 12 ਨੂੰ ਡਿਵਾਈਡ ਕਰ ਰਿਹਾ, ਇਸ ਦਾ ਮਤਲਬ ਜਿਹੜਾ 2 ਆ ਉਹ ਵੀ ਕਿਹਨੂੰ ਡਿਵਾਈਡ ਕਰੇਗਾ, 12 ਨੂੰ ਡਿਵਾਈਡ ਕਰੇਗਾ। ਸੇਮ ਇਹੀ ਆ, ਕਹਿੰਦਾ ਜੇਕਰ P1 P ਨੂੰ ਡਿਵਾਈਡ ਕਰ ਰਿਹਾ ਤੇ P ਅੱਗੋਂ ਇਹਨੂੰ ਡਿਵਾਈਡ ਕਰ ਰਿਹਾ ਤਾਂ ਅਸੀਂ ਕਹਿ ਸਕਦੇ ਹਾਂ ਕਿ P1 ਇਸ ਟਰਮ ਨੂੰ ਵੀ ਕੀ ਕਰਦਾ ਹੋਏਗਾ, ਡਿਵਾਈਡ ਕਰਦਾ ਹੋਏਗਾ। ਸੋ ਨੈਕਸਟ ਸਟੈਪ ਅਸੀਂ ਕੀ ਲਿਖਾਂਗੇ, ਦਿਸ ਇੰਪਲਾਈਜ਼ P1 ਡਿਵਾਈਡਸ P1 ਮਾਈਨਸ 1 ਫੈਕਟੋਰੀਅਲ ਪਲੱਸ 1, ਇਹਨੂੰ ਫਸਟ ਮਾਰਕ ਕਰ ਲਿਆ। ਹੁਣ ਦੇਖੋ ਜਿਹੜੀ ਅਸੀਂ P1 ਦੀ ਵੈਲਿਊ ਲਈ ਆ ਬੱਚਿਓ 1 ਤੋਂ ਵੱਡੀ ਆ ਤੇ P ਤੋਂ ਛੋਟੀ ਆ, ਇਸ ਦਾ ਮਤਲਬ ਇਹਦੀ ਵੈਲਿਊ P ਮਾਈਨਸ 1 ਦੇ ਇਕੁਅਲ ਹੋ ਸਕਦੀ ਹੈ ਨਾ, ਕਿਉਂਕਿ ਛੋਟੀ ਆ P ਤੋਂ ਛੋਟੀ, P ਤੋਂ ਛੋਟਾ P ਮਾਈਨਸ 1 ਹੀ ਹੋਊਗਾ। ਸੋ P ਮਾਈਨਸ 1 ਦੇ ਇਕੁਅਲ ਹੋਣ ਦੀ ਇਹਦੀ ਪੋਸੀਬਿਲਿਟੀ ਆ। ਹੁਣ ਦੇਖੋ ਜੇ ਬੱਚੇ ਇਸ ਦਾ ਮਤਲਬ ਅਸੀਂ ਲਿਖ ਸਕਦੇ ਹਾਂ ਕਿ P1 ਆ ਜਿਹੜਾ ਉਹ P1 ਤੋਂ ਵੱਡਾ ਤੇ ਬਟ ਇਕੁਅਲ ਹੋ ਸਕਦਾ ਲੈਸ ਦੈਨ ਇਕੁਅਲ ਟੂ P ਮਾਈਨਸ 1 ਦੇ। ਬੱਚੇ P ਮਾਈਨਸ 1 ਤੋਂ ਪਿਛਲੀਆਂ ਟਰਮ ਜੇ ਮੈਂ ਇਹ ਲਿਖਾਂ ਕਿ P ਮਾਈਨਸ 1 ਦਾ ਫੈਕਟੋਰੀਅਲ ਲਿਖਣਾ ਹੋਵੇ ਤਾਂ P ਮਾਈਨਸ 1 ਦਾ ਫੈਕਟੋਰੀਅਲ ਜੋ ਵੀ ਇਹਦੀਆਂ ਪਿਛਲੀਆਂ ਟਰਮਸ ਹੋਣਗੀਆਂ ਸਾਰੀਆਂ ਲਿਖੀਆਂ ਜਾਣਗੀਆਂ P ਮਾਈਨਸ 2 ਅਪ ਟੂ ਸੋ ਔਨ 1 ਤੱਕ। ਹੁਣ ਦੇਖੋ P1 ਵੀ ਤਾਂ ਫਿਰ ਇਹਦੇ ਵਿੱਚ ਹੀ ਕਿਤੇ ਪਿਆ ਹੋਊਗਾ, ਇਹ ਤੋਂ ਛੋਟੀ ਟਰਮ ਹੈ ਤਾਂ ਮੰਨ ਲਓ ਇੱਥੇ ਕਿਤੇ ਸਾਡੇ ਕੋਲ P1 ਵੀ ਪਿਆ, ਇਸ ਦਾ ਮਤਲਬ P1 ਮਾਈਨਸ 1 ਫੈਕਟੋਰੀਅਲ ਨੂੰ ਜਦੋਂ ਓਪਨ ਕਰਾਂਗੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਫੈਕਟਰ ਮਿਲ ਜਾਏਗਾ P1, ਕਿਤੇ ਨਾ ਕਿਤੇ P1 ਦੀ ਵੈਲਿਊ ਮਿਲੂ। ਸੋ ਜਦੋਂ ਅਸੀਂ ਆ ਸਾਰੀ ਟਰਮ ਨੂੰ P1 ਨਾਲ ਡਿਵਾਈਡ ਕਰਾਂਗੇ ਤਾਂ P1 ਨਾਲ P1 ਕੀ ਹੋ ਜਾਏਗਾ, ਕੈਂਸਲ। ਸੋ ਅਸੀਂ ਕਹਿ ਸਕਦੇ ਹਾਂ ਕਿ P1 ਇਸ P ਮਾਈਨਸ 1 ਦੇ ਫੈਕਟੋਰੀਅਲ ਨੂੰ ਵੀ ਕੀ ਕਰ ਰਿਹਾ, ਡਿਵਾਈਡ ਕਰ ਰਿਹਾ। ਬੱਚੇ ਨਹੀਂ ਕਲੀਅਰ ਹੋ ਰਿਹਾ ਤਾਂ ਇੱਕ ਐਗਜ਼ਾਮਪਲ ਅਸੀਂ ਲੈ ਸਕਦੇ ਹਾਂ, ਜਿਵੇਂ ਮੰਨ ਲਓ ਮੈਂ ਲਿਆ ਕਿ ਜਿਹੜਾ P1 ਆ ਉਹਦੀ ਵੈਲਿਊ ਮੇਰੇ ਕੋਲ 3 ਆ ਅਤੇ ਇਹਦੀ ਵੈਲਿਊ ਮੇਰੇ ਕੋਲ ਕਿੰਨੀ ਆ, ਪਹਿਲਾਂ ਮੈਂ ਇੱਥੇ ਲਿਆ 7 ਤੋਂ ਮੰਨ ਲਓ 6 ਤੋਂ ਇਕੁਅਲ ਜੇ ਲੈਸ ਹੋ ਸਕਦੀ ਆ। ਹੁਣ ਜਿਹੜਾ 6 ਫੈਕਟੋਰੀਅਲ ਆ, ਜੇ 6 ਫੈਕਟੋਰੀਅਲ ਦੀ ਗੱਲ ਕਰੀਏ ਬੱਚੇ ਇਸ ਨੰਬਰ ਦੇ ਫੈਕਟੋਰੀਅਲ ਦੀ, ਇਹਨੂੰ ਕੀ ਲਿਖਾਂਗੇ 6 ਮਲਟੀਪਲਾਈ 5 ਮਲਟੀਪਲਾਈ 4 ਮਲਟੀਪਲਾਈ 3 ਮਲਟੀਪਲਾਈ 2 ਮਲਟੀਪਲਾਈ 1, ਇਸ ਦਾ ਮਤਲਬ ਇਹ 'ਚ ਕਿਤੇ ਨਾ ਕਿਤੇ ਨੰਬਰ ਆਉਂਦਾ ਸੀ। ਹੁਣ ਇਸ ਦਾ ਮਤਲਬ ਜੇ ਇਹਨੂੰ ਡਿਵਾਈਡ ਕਰਾਂਗੇ ਸਾਰੀ ਟਰਮ ਨੂੰ 3 ਨਾਲ ਤਾਂ ਕੈਂਸਲ ਹੋ ਜਾਣਗੇ ਤਾਂ ਪ੍ਰੋਪਰਲੀ ਡਿਵਾਈਡ ਹੋ ਜਾਊਗਾ। 6 ਫੈਕਟੋਰੀਅਲ ਨੂੰ ਅਸੀਂ 3 ਤੇ ਡਿਵਾਈਡ ਕਰ ਸਕਦੇ ਹਾਂ। ਤਾਂ ਇਹੀ ਚੀਜ਼ ਉਰੇ ਕਹਿ ਰਿਹਾ, ਕਹਿੰਦਾ ਜੇ P1 ਸਾਡੇ ਕੋਲ P ਮਾਈਨਸ 1 ਤੋਂ ਛੋਟਾ ਤਾਂ ਇਸ ਦਾ ਮਤਲਬ P1 ਆ ਜਿਹੜਾ ਉਹ ਡਿਵਾਈਡ ਕਰੇਗਾ P ਮਾਈਨਸ 1 ਦੇ ਫੈਕਟੋਰੀਅਲ ਨੂੰ। ਸੋ ਇਹਨੂੰ ਸੈਕਿੰਡ ਮੰਨ ਲਿਆ। ਅੱਗੇ ਇੱਕ ਰਿਜ਼ਲਟ ਹੁੰਦਾ ਵਿੱਚ ਜਿਵੇਂ 2 ਆ ਜਿਹੜਾ 8 ਨੂੰ ਡਿਵਾਈਡ ਕਰਦਾ, 2 ਆ ਅੱਗੇ 6 ਨੂੰ ਵੀ ਡਿਵਾਈਡ ਕਰਦਾ, ਦਿਸ ਇੰਪਲਾਈਜ਼ 2 ਇਹਨਾਂ ਦੋਹਾਂ ਦੀ ਸਬਟਰੈਕਸ਼ਨ ਨੂੰ ਵੀ ਡਿਵਾਈਡ ਕਰਦਾ ਹੋਏਗਾ। ਹਾਂਜੀ, ਸੋ ਜੇ ਬੱਚੇ ਇਹਨੂੰ ਫਸਟ ਇਕੁਏਸ਼ਨ ਜੋ ਬਣੀ ਆ ਉਹਨੂੰ ਵੀ ਡਿਵਾਈਡ ਕਰਦਾ, ਸੈਕਿੰਡ ਇਕੁਏਸ਼ਨ ਜੋ ਬਣੀ ਆ ਉਹਨੂੰ ਵੀ ਡਿਵਾਈਡ ਕਰਦਾ। ਇਸ ਦਾ ਮਤਲਬ ਇਹਨਾਂ ਦੋਹਾਂ ਦੀ ਸਬਟਰੈਕਸ਼ਨ, ਦੋਹਾਂ ਦੀ ਐਡੀਸ਼ਨ ਇਹਨੂੰ ਵੀ ਕੀ ਕਰਦਾ ਹੋਏਗਾ, ਇਹ P1 ਡਿਵਾਈਡ ਕਰਦਾ ਹੋਏਗਾ। ਸੋ ਅਸੀਂ ਕਿਹਾ ਕਹਿੰਦਾ ਫਰੋਮ 1 ਐਂਡ 2 ਦੋਨਾਂ ਟਰਮਸ ਨੂੰ ਸਬਟਰੈਕਟ ਕਰਤਾ, P1 ਇਹਨੂੰ ਵੀ ਡਿਵਾਈਡ ਕਰਦਾ ਹੋਏਗਾ, P ਮਾਈਨਸ 1 ਫੈਕਟੋਰੀਅਲ ਕੈਂਸਲ ਹੋ ਗਏ, ਦਿਸ ਇੰਪਲਾਈਜ਼ ਆ ਕੀ ਗਿਆ P1 ਡਿਵਾਈਡ 1। ਹੁਣ ਕੀ ਇਹ ਰਿਜ਼ਲਟ ਟਰੂ ਹੋ ਸਕਦਾ ਬੱਚੇ, ਅਸੀਂ ਮੰਨ ਕੇ ਕੀ ਚੱਲੇ ਹਾਂ, ਕਹਿੰਦਾ 1 ਤੋਂ ਵੱਡੀ ਵੈਲਿਊ ਆ P1, ਜੇਕਰ ਕੋਈ ਵੱਡੀ ਵੈਲਿਊ ਆ 2 ਆ 3 ਆ 4 ਆ 5 ਆ ਕੋਈ ਵੀ ਇਹੋ ਜਿਹਾ, ਕੀ ਉਹ 1 ਨੂੰ ਡਿਵਾਈਡ ਕਰ ਸਕਦਾ, 1 ਨੂੰ ਸਿਰਫ 1 ਡਿਵਾਈਡ ਕਰਦਾ ਹੁੰਦਾ। ਸੋ ਸਾਡੀ ਐਗਜ਼ਾਮਸ਼ਨ ਤਾਂ ਰੋਂਗ ਹੋ ਗਈ, ਅਸੀਂ ਕੀ ਮੰਨ ਕੇ ਚੱਲੇ ਸੀਗੇ ਕਿ P ਇੱਕ ਕੰਪੋਜ਼ਿਟ ਨੰਬਰ ਆ। ਹੁਣ ਇਹੀ ਸਾਰਾ ਪ੍ਰੋਸੈਸ ਅਸੀਂ P2 ਲਈ ਵੀ ਕਰ ਸਕਦੇ ਹਾਂ ਕਿ P2 ਡਿਵਾਈਡ ਕਰਦਾ P ਨੂੰ, ਅੱਗੋਂ P ਇਹਨੂੰ ਡਿਵਾਈਡ ਫੈਕਟੋਰੀਅਲ ਟਰਮ ਨੂੰ ਡਿਵਾਈਡ ਕਰਦਾ, ਫਿਰ ਦੋਹਾਂ ਦੀ ਸਬਟਰੈਕਸ਼ਨ ਡਿਵਾਈਡ ਕਰ, ਉਹਦੇ ਨਾਲ ਵੀ ਸਾਡੇ ਕੋਲ ਜਿਹੜੀ ਸਾਡੀ ਸਪੋਜੀਸ਼ਨ ਉਹ ਕੀ ਹੋ ਜਾਏਗੀ, ਰੋਂਗ ਹੋ ਜਾਏਗੀ, ਸਾਡੀ ਐਗਜ਼ਾਮਸ਼ਨ ਕੀ ਹੋ ਜਾਏਗੀ, ਰੋਂਗ ਹੋ ਜਾਏਗੀ। ਸੋ ਅਸੀਂ ਕਨਵਰਸ ਪਾਰਟ ਪ੍ਰੂਵ ਕਰ ਸਕਦੇ ਹਾਂ। ਇਸ ਤੋਂ ਬਿਨਾਂ ਬੱਚੇ ਬੁੱਕ ਦੇ ਵਿੱਚ ਤੁਹਾਨੂੰ ਇਹਦਾ ਹੋਰ ਪ੍ਰੂਫ ਵੀ ਦੇਖਣ ਨੂੰ ਮਿਲੇਗਾ। ਜੇ ਤੁਹਾਨੂੰ ਉਹ ਈਜ਼ੀ ਲੱਗਦਾ ਤੁਸੀਂ ਉਹ ਕੀਤਾ ਹੋਇਆ ਤਾਂ ਤੁਸੀਂ ਉਹ ਕਰ ਸਕਦੇ ਹੋ, ਮੇਰੇ ਅਕੋਰਡਿੰਗ ਇਹ ਈਜ਼ੀ ਆ ਤਾਂ ਤੁਸੀਂ ਇਹਨੂੰ ਵੀ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ।